ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਲੱਸ 2 ਕਲਾਸ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੁਆਚਿਆ ਮੁੰਡਾ ਨਾਵਲ ਸ਼ੁਰੂ ਕੀਤਾ ਸੀ ਅਤੇ ਉਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਇਸ ਨਾਵਲ ਦਾ ਵਿਸ਼ਾ ਕੀ ਹੈ ਜਾਂ ਇਸ ਨਾਵਲ ਦੇ ਵਿੱਚ ਨਾਵਲਕਾਰ ਨੇ ਕੀ ਸੰਦੇਸ਼ ਦੇਣਾ ਚਾਹਿਆ ਹੈ। ਹੁਣ ਆਪਾਂ ਇੱਕ ਝਾਤ ਇਸ ਦੇ ਕਾਂਡਾਂ 'ਤੇ ਪਾ ਲਈਏ। ਕਾਂਡ ਪਹਿਲੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘੋਗਾ ਜਿਹੜਾ ਹੈ ਗਲੀ ਦੇ ਮੁੰਡਿਆਂ ਨਾਲ ਗੱਪਾਂ ਮਾਰ ਕੇ ਹਨੇਰੇ ਹੋਏ ਵਾਪਸ ਘਰ ਆਉਂਦਾ ਹੈ। ਟੀਵੀ ਦੇਖ ਰਿਹਾ ਹੈ। ਟੀਵੀ ਦੇ ਵਿੱਚ ਵੀ ਉਹ ਇਕਾਗਰ ਨਹੀਂ ਹੋ ਸਕਦਾ। ਕਦੇ ਕਾਰਟੂਨ, ਕਦੀ ਖਬਰਾਂ, ਕਦੀ ਖੇਡਾਂ, ਕਦੀ ਗਾਣਿਆਂ ਵਾਲੇ ਚੈਨਲ ਵਾਰ-ਵਾਰ ਬਦਲਦਾ ਹੈ ਅਤੇ ਟੀਵੀ ਦੇ ਅੱਗੇ ਬੈਠਾ ਹੀ ਉਹ ਰੋਟੀ ਖਾਂਦਾ ਹੈ ਅਤੇ ਰੋਟੀ ਖਾਣ ਦੇ ਵਿੱਚ ਵੀ ਉਹ ਧਿਆਨ ਉਸਦਾ ਨਹੀਂ ਹੈ ਅਤੇ ਸਬਜ਼ੀ ਦੀ ਬਜਾਏ ਉਹ ਚਾਦਰ ਦੇ ਨਾਲ ਹੀ ਗਰਾਈ ਲਾ ਕੇ ਅਤੇ ਮੂੰਹ ਵਿੱਚ ਪਾ ਲੈਂਦਾ ਹੈ। ਫਿਰ ਮਾਂ ਅਤੇ ਘੋਗੇ ਦੀ ਗੱਲਬਾਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਘੋਗੇ ਦਾ ਪਿਤਾ ਨਹੀਂ ਹੈ ਅਤੇ ਮਾਂ ਕੱਪੜੇ ਸੀ ਕੇ ਗੁਜ਼ਾਰਾ ਕਰਦੀ ਹੈ। ਅਤੇ ਨਾਲੇ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਘੋਗਾ 6ਵੀਂ ਜਮਾਤ ਦੇ ਵਿੱਚੋਂ ਫੇਲ ਹੋ ਚੁੱਕਾ ਹੈ ਅਤੇ ਮਾਂ ਉਸਨੂੰ ਕਹਿੰਦੀ ਕਿ ਉਸਨੇ ਮਿਹਨਤ ਨਹੀਂ ਕੀਤੀ, ਪਰ ਘੋਗਾ ਕਹਿੰਦਾ ਕਿ ਉਸਨੇ ਪੀਰ ਬਾਬੇ ਦੇ ਮੱਥਾ ਨਹੀਂ ਸੀ ਟੇਕਿਆ, ਇਸ ਕਰਕੇ ਫੇਲ ਹੋਇਆ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਫੈਲੇ ਅੰਧ ਵਿਸ਼ਵਾਸਾਂ ਦਾ ਬਾਲ ਮਨ ਦੇ ਬੱਚਿਆਂ ਦੇ ਮਨਾਂ ਦੇ ਉੱਪਰ ਕੀ ਅਸਰ ਹੁੰਦਾ ਹੈ। ਉਸ ਤੋਂ ਬਾਅਦ ਘੋਗਾ ਸੌਂ ਜਾਂਦਾ ਹੈ ਅਤੇ ਕਾਂਡ ਦੂਸਰੇ 'ਤੇ ਸੁੱਤੇ ਪਏ ਨੂੰ ਜਿਹੜਾ ਹੈ ਚੰਦਰਪਰੀ ਦਾ ਸੁਪਨਾ ਆਉਂਦਾ ਹੈ ਕਿ ਉਹ ਚੰਦਰਪਰੀ ਆਉਂਦੀ ਹੈ ਅਤੇ ਉਸਨੂੰ ਇੱਕ ਚੰਦਰ ਪੈਨ ਦਿੰਦੀ ਹੈ, ਜਾਦੂਈ ਪੈਨ ਜਿਹੜਾ ਕਾਪੀਆਂ ਦੇ ਉੱਪਰ ਰੱਖਦਾ ਹੈ ਅਤੇ ਕੰਮ ਆਪਣੇ ਆਪ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਉਹ ਕਰਕੇ ਸਾਰੇ ਕੰਮ ਕਰ ਲੈਂਦਾ ਹੈ ਅਤੇ ਨਾਲੇ ਚੰਦਰਪਰੀ ਨੂੰ ਆਪਣੀ ਸਮੱਸਿਆ ਦੱਸਦਾ ਹੈ ਕਿ ਉਸਨੂੰ ਘਰ ਦਾ ਕੰਮ ਨਹੀਂ ਹੁੰਦਾ। ਉਸ ਨੂੰ ਅਧਿਆਪਕ ਗੁੱਸਾ ਕਰਦੇ ਹਨ ਅਤੇ ਚੰਦਰਪਰੀ ਉਸ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਦੀ ਹੈ, ਪਰ ਜਿਵੇਂ ਹੀ ਖੜਕਾ ਹੋਣ ਦੇ ਨਾਲ ਉਸਦੀ ਜਾਗ ਖੁੱਲ੍ਹੀ ਅਤੇ ਦੇਖਦਾ ਹੈ ਕਿ ਉੱਥੇ ਕੋਈ ਚੰਦਰਪਰੀ ਜਾਂ ਚੰਦਰ ਪੈਨ ਵਰਗੀ ਕੋਈ ਚੀਜ਼ ਨਹੀਂ ਸੀ। ਇਸ ਗੱਲ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਡੇ ਬੱਚਿਆਂ ਵਾਸਤੇ ਸਾਡੇ ਟੀਵੀ ਪ੍ਰੋਗਰਾਮ ਦੇ ਵਿੱਚ ਜੋ ਕੁਝ ਦਿਖਾਇਆ ਜਾਂਦਾ ਹੈ, ਬੱਚੇ ਦੇ ਮਨ ਦੇ ਉੱਪਰ ਉਸ ਦਾ ਕਿੰਨਾ ਗਹਿਰਾ ਅਸਰ ਹੁੰਦਾ ਹੈ ਅਤੇ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਐਵੇਂ ਦੀਆਂ ਚੀਜ਼ਾਂ ਦੀ ਭਾਲ ਕਰਦਾ ਹੈ। ਕਾਂਡ ਦੂਸਰੇ ਦੇ ਵਿੱਚ ਘੋਗਾ ਸਕੂਲ ਜਾਂਦਾ ਹੈ ਅਤੇ ਸਕੂਲ ਦੇ ਵਿੱਚ ਉਸ ਦੇ ਪੜ੍ਹਾਈ ਦੇ ਵਿੱਚ ਉਸਦਾ ਮਨ ਨਹੀਂ ਲੱਗਦਾ। ਉਹ ਸਵੇਰ ਦੀ ਸਭਾ ਦੇ ਵਿੱਚ ਹੀ ਸਕੂਲ ਦੇ ਗੇਟ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਹੈ ਕਿ ਕਦੋਂ ਉਹ ਸਕੂਲ ਦੇ ਵਿੱਚੋਂ ਮੌਕਾ ਪਾ ਕੇ ਭੱਜ ਸਕੇ। ਪਰ ਕਲਾ ਦੇ ਵਿਸ਼ੇ ਦੇ ਵਿੱਚ ਘੋਗੇ ਦਾ ਮਨ ਲੱਗਦਾ ਹੈ ਅਤੇ ਉਹ ਮਨ ਲਾ ਕੇ ਆਪਣੀਆਂ ਜਿਹੜੀਆਂ ਡਰਾਇੰਗਸ ਵੀ ਬਣਾਉਂਦਾ ਹੈ ਅਤੇ ਨਾਲ ਦੂਜਿਆਂ ਬੱਚਿਆਂ ਦੀ ਵੀ ਮਦਦ ਕਰਦਾ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਸ ਵਿਸ਼ੇ ਦੇ ਵਿੱਚ ਬੱਚੇ ਦੀ ਦਿਲਚਸਪੀ ਹੁੰਦੀ ਹੈ, ਉਸ ਵਿਸ਼ੇ ਦੇ ਵਿੱਚ ਬੱਚਾ ਜਿਹੜਾ ਹੈ ਉਹ ਦਿਲ ਲਗਾ ਕੇ ਕੰਮ ਕਰਦਾ ਹੈ। ਅਤੇ ਫਿਰ ਤੀਸਰੇ ਕਾਂਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘੋਗਾ ਜਿਹੜਾ ਹੈ ਉਹ ਸਕੂਲ ਦੇ ਵਿੱਚੋਂ ਭੱਜ ਜਾਂਦਾ ਹੈ ਅਤੇ ਬਾਜ਼ਾਰ ਦੇ ਵਿੱਚੋਂ ਹੁੰਦਾ ਜਾਂਦਾ ਹੈ ਅਤੇ ਬਾਜ਼ਾਰ ਦੇ ਵਿੱਚ ਉਹ ਜਮੂਰੇ ਦਾ ਇੱਕ ਜਿਹੜਾ ਹੈ ਜਮੂਰਾ, ਉਹ ਮਦਾਰੀ ਜਿਹੜਾ ਜਮੂਰੇ ਦੀ ਖੇਡ ਦਿਖਾ ਰਿਹਾ ਸੀ ਡੁਗਡੁਗੀ ਵਜਾ ਕੇ, ਅਤੇ ਜਮੂਰੇ ਨੂੰ ਪੁੱਛਦਾ ਹੈ ਕਿ ਜਮੂਰੇ ਜੋ ਮੈਂ ਪੁੱਛਾਂਗਾ ਉਸ ਦਾ ਜਵਾਬ ਦੇਵੇਗਾ, ਤਾਂ ਜਮੂਰਾ ਅੱਗੋਂ ਹਾਂ ਵਿੱਚ ਸਿਰ ਹਿਲਾਉਂਦਾ ਹੈ ਅਤੇ ਕਹਿੰਦਾ ਕਿ ਇਹ ਬਾਬੂ ਸਾਹਿਬ ਕੌਣ ਨੇ, ਅਤੇ ਜਮੂਰੇ ਨੇ ਦੱਸਿਆ ਕਿ ਉੱਚੇ ਲੰਮੇ ਬਾਬੂ ਸਾਹਿਬ ਹਨ। ਅਤੇ ਫਿਰ ਸਵਾਲ ਕਰਦਾ ਹੈ ਜਮੂਰੇ ਨੂੰ ਕਿ ਇਹਦੇ ਹੱਥ ਵਿੱਚ ਕੀ ਹੈ, ਉਹ ਕਹਿੰਦਾ ਕਿ ਹੱਥ ਵਿੱਚ ਬੈਗ ਹੈ। ਇਸ ਤਰ੍ਹਾਂ ਜਿਹੜਾ ਹੈ ਜਮੂਰਾ ਉਹਨੂੰ ਪ੍ਰਸ਼ਨ ਕਰਦਾ ਹੈ, ਮਦਾਰੀ ਜਮੂਰੇ ਨੂੰ ਪ੍ਰਸ਼ਨ ਕਰਦਾ ਅਤੇ ਜਮੂਰਾ ਉਸਦਾ ਜਵਾਬ ਦਿੰਦਾ ਹੈ। ਘੋਗਾ ਇਹ ਮਦਾਰੀ ਦਾ ਖੇਡ ਦੇਖ ਕੇ ਉੱਥੋਂ ਚਲਾ ਜਾਂਦਾ ਹੈ ਅਤੇ ਫਿਰ ਜਦੋਂ ਅੱਗੇ ਜਾਂਦਾ ਹੈ ਤਾਂ ਸੋਚਦਾ ਹੈ ਜੇਕਰ ਉਸ ਨੂੰ ਜਮੂਰਾ ਮਿਲ ਜਾਵੇ ਜਾਂ ਜਮੂਰੇ ਦੀ ਉਸ ਦੇ ਨਾਲ ਦੋਸਤੀ ਹੋ ਜਾਵੇ ਤਾਂ ਉਹ ਆਪਣੇ ਪ੍ਰਸ਼ਨ ਪੱਤਰ ਦੇ ਪ੍ਰਸ਼ਨ ਪਹਿਲਾਂ ਹੀ ਉਸਨੂੰ ਪੁੱਛ ਸਕਦਾ ਹੈ, ਭਾਵ ਕਿ ਕੁਐਸਚਨ ਪੇਪਰ ਉਸ ਤੋਂ ਪੁੱਛ ਸਕਦਾ ਹੈ। ਅਤੇ ਫਿਰ ਉਹ ਜਿਹੜਾ ਹੈ ਦੁਬਾਰਾ ਵਾਪਸ ਆਉਂਦਾ ਹੈ ਦਾਣਾ ਮੰਡੀ, ਜਿੱਥੇ ਕਿ ਜਮੂਰੇ ਦਾ ਖੇਡ ਦਿਖਾਇਆ ਜਾ ਰਿਹਾ ਸੀ, ਅਤੇ ਉੱਥੇ ਜਮੂਰਾ ਤਾਂ ਨਹੀਂ ਸੀ ਪਰ ਹੋਰ 2-4 ਬੰਦੇ ਖੜ੍ਹੇ ਸੀ, ਜਿਨ੍ਹਾਂ ਨੂੰ ਦੇਖ ਕੇ ਘੋਗਾ ਪੁੱਛਦਾ ਹੈ ਕਿ ਕੀ ਤੁਸੀਂ ਉਸ ਮਦਾਰੀ ਅਤੇ ਜਮੂਰੇ ਨੂੰ ਦੇਖਿਆ ਹੈ, ਤਾਂ ਉਹ ਬੰਦੇ ਵਿੱਚੋਂ ਇੱਕ ਬੰਦਾ ਜਵਾਬ ਦਿੰਦਾ ਹੈ ਕਿ ਹਾਂ, ਉਹ ਤੇਰੇ ਸਕੂਲ ਦੱਸਣ ਗਿਆ ਕਿ ਤੂੰ ਸਕੂਲੋਂ ਨੱਠਿਆ ਫਿਰਦਾ ਹੈ। ਅਤੇ ਇਹ ਸੁਣ ਕੇ ਜਿਹੜਾ ਘੋਗਾ ਹੈ ਉਹ ਸ਼ਰਮਸਾਰ ਹੁੰਦਾ ਹੈ।
ਤੀਜੇ ਕਾਂਡ ਦੇ ਵਿੱਚ ਫਿਰ ਜਿਹੜਾ ਹੈ ਮਾਂ ਉਸ ਨੂੰ ਸਕੂਲ ਵਾਸਤੇ ਜਗਾਉਣ ਲਈ ਕੋਸ਼ਿਸ਼ ਕਰਦੀ ਹੈ, ਪਰ ਘੂਗਾ ਜਿਹੜਾ ਹੈ ਉਹ ਉੱਠਦਾ ਨਹੀਂ ਹੈ ਅਤੇ ਮਾਂ ਕਾਫੀ ਝੰਜੋੜ ਕੇ ਅਤੇ ਝਿੜਕਾਂ ਮਾਰ ਕੇ ਉਸਨੂੰ ਉਠਾਉਂਦੀ ਹੈ। ਅਤੇ ਫਿਰ ਉਹ ਸਕੂਲ ਜਾਣ ਵਾਸਤੇ ਬੜੇ ਅਣਮੰਨੇ ਮਨ ਦੇ ਨਾਲ ਤਿਆਰ ਹੁੰਦਾ ਹੈ। ਨਾ ਉਹ ਨਹਾਉਂਦਾ ਹੈ ਅਤੇ ਨਾ ਹੀ ਉਹ ਜਿਹੜਾ ਹੈ ਗੁਸਲ ਆਪਣੇ ਪਖਾਨੇ ਜਾਂਦਾ ਹੈ, ਅਤੇ ਇਸੇ ਤਰ੍ਹਾਂ ਹੀ ਉਹ ਬਸ ਕੱਪੜੇ ਪਾ ਕੇ ਸਕੂਲ ਨੂੰ ਤੁਰ ਪੈਂਦਾ ਹੈ। ਅਤੇ ਹੁਣ ਸਕੂਲ ਜਾਂਦਾ ਹੋਇਆ ਡਰਦਾ ਹੈ ਕਿ ਉਸਨੂੰ ਸਜ਼ਾ ਮਿਲਣੀ ਹੈ। ਉਹਨੇ ਸਕੂਲ ਦਾ ਨਾ ਤਾਂ ਕੰਮ ਕੀਤਾ ਹੈ, ਦੂਜਾ ਸਕੂਲ ਦੇ ਵਿੱਚੋਂ ਅੱਧੀ ਛੁੱਟੀ ਵੇਲੇ ਉਹ ਦੌੜ ਗਿਆ ਸੀ। ਅਤੇ ਸਕੂਲ ਜਾਂਦਾ ਜਾਂਦਾ ਉਹ ਬਾਗ ਵਾਲੇ ਪਾਸੇ ਨੂੰ ਚੱਲ ਪਿਆ, ਤਾਂ ਪਿੱਛੋਂ ਗੋਪੀ ਜੋ ਕਿ ਉਸਦਾ ਜਮਾਤੀ ਹੈ, ਉਸਨੇ ਆਵਾਜ਼ ਮਾਰੀ ਅਤੇ ਪੁੱਛਿਆ ਸਕੂਲ ਨਹੀਂ ਜਾਣਾ। ਤਾਂ ਘੂਗੇ ਨੇ ਬਹਾਨਾ ਬਣਾਇਆ ਕਿ ਉਸਦਾ ਪੇਟ ਠੀਕ ਨਹੀਂ ਹੈ ਅਤੇ ਤੂੰ ਮੇਰੀ ਹਾਜ਼ਰੀ ਲਗਵਾ ਦੇਈਂ ਅਤੇ ਮੈਂ ਹੁਣੇ ਆ ਜਾਣਾ ਹਾਂ। ਅਤੇ ਹੁਣ ਜਿਹੜਾ ਹੈ ਘੂਗਾ ਬਾਗ ਦੇ ਵਿੱਚ ਬੈਠ ਜਾਂਦਾ ਹੈ, ਇੱਕ ਜਗ੍ਹਾ 'ਤੇ ਆਪਣਾ ਬਸਤਾ ਟੰਗ ਦਿੰਦਾ ਹੈ ਦਰੱਖਤ ਦੇ ਉੱਪਰ ਚੜ੍ਹ ਕੇ। ਅਤੇ ਪਹਿਲਾਂ ਤਾਂ ਜਿਹੜਾ ਦਰੱਖਤਾਂ ਦੇ ਵਿਚਕਾਰ ਬੈਠ ਕੇ ਢੋਲ ਲਾ ਕੇ ਬੈਠ ਜਾਂਦਾ ਹੈ ਅਤੇ ਸੋਚਦਾ ਹੈ ਕਿ ਜੇ ਉਸਨੂੰ ਮਦਾਰੀ ਮਿਲ ਜਾਂਦਾ ਤਾਂ ਉਸਨੇ ਜਮਾਤ 'ਚੋਂ ਫਸਟ ਆ ਜਾਣਾ ਸੀ। ਉਹਨੂੰ ਕੋਈ ਜਾਦੂ ਸਿਖਾ ਦਿੰਦਾ ਤਾਂ ਉਸ 'ਤੇ ਜਿਹੜਾ ਹੈ ਕੰਮ ਬਣ ਜਾਣਾ ਸੀ। ਫਿਰ ਆਪੇ ਸੋਚਦਾ ਹੈ ਕਿ ਉਸਨੂੰ ਲੱਭੇ ਕਿਵੇਂ। ਫਿਰ ਉਸਨੂੰ ਯਾਦ ਆਉਂਦਾ ਕਿ ਟੀਵੀ 'ਤੇ ਤੋਤੇ ਅਤੇ ਉੱਲੂ ਵੀ ਜਾਦੂ ਕਰ ਦਿੰਦੇ ਹਨ, ਅਤੇ ਜੇ ਉਹਨੂੰ ਕੋਈ ਇਸ ਤਰ੍ਹਾਂ ਦਾ ਕੋਈ ਉੱਲੂ ਹੀ ਮਿਲ ਜਾਏ ਤਾਂ ਸਾਰੇ ਕੰਮ ਕਰਵਾ ਲਵੇ। ਫਿਰ ਉਸਨੂੰ ਟਾਹਣੀਆਂ ਦੇ ਪੱਤਿਆਂ ਦੇ ਵਿੱਚੋਂ ਕੋਈ ਪੀਲੀ ਜਿਹੀ ਚੀਜ਼ ਦਿਖਾਈ ਦਿੱਤੀ ਅਤੇ ਉਹਨੂੰ ਲੱਗਿਆ ਜੇ ਸ਼ਾਇਦ ਕੋਈ ਉੱਲੂ ਹੋਵੇ। ਫਿਰ ਉਸਨੇ ਸੋਚਿਆ ਕਿ ਸ਼ਾਇਦ ਇਹ ਕੋਈ ਸੋਨ ਕਾਟੋ ਹੋਵੇ। ਸੋਨ ਕਾਟੋ ਮਤਲਬ ਸੋਨੇ ਰੰਗ ਦੀ ਕਾਟੋ, ਜਿਸ ਨੂੰ ਉਸਨੇ ਟੀਵੀ 'ਤੇ ਦੇਖਿਆ ਸੀ, ਅਤੇ ਉਹ ਜਾਦੂਈ ਕਾਟੋ ਸੀ। ਹੁਣ ਘੂਗੇ ਦਾ ਧਿਆਨ ਜਿਹੜਾ ਹੈ ਉਹ ਕਾਟੋ ਵਾਲੇ ਪਾਸੇ ਹੋ ਗਿਆ। ਉਹ ਛੇਤੀ ਛੇਤੀ ਦਰੱਖਤ ਤੋਂ ਹੇਠਾਂ ਉਤਰਿਆ ਅਤੇ ਕਾਟੋ ਦੇ ਪਿੱਛਾ ਕਰਦਾ ਅਮਰੂਦਾਂ ਅਤੇ ਫਿਰ ਅਨਾਰਾਂ ਦੇ ਬਾਗਾਂ ਵਿੱਚ ਚਲਾ ਗਿਆ। ਪਰ ਉਸਨੂੰ ਸੋਨ ਕਾਟੋ ਕਦੀ ਦਿਖਾਈ ਦਿੰਦੀ, ਕਦੀ ਅਲੋਪ ਹੋ ਜਾਂਦੀ, ਅਤੇ ਉਸ ਨੂੰ ਯਕੀਨ ਹੋ ਗਿਆ ਕਿ ਇਹ ਸੱਚਮੁੱਚ ਕੋਈ ਜਾਦੂ ਦੀ ਕਾਟੋ ਹੈ। ਕਾਟੋ ਦੇ ਪਿੱਛੇ ਚੱਲਦਾ ਉਹ ਕਿੰਨੂਆਂ ਦੇ ਬਾਗ ਤੋਂ ਪਰੇ ਉਸਨੂੰ ਕਾਟੋ ਦਿਖਾਈ ਦਿੰਦੀ ਹੈ। ਕਦੀ ਉਹ ਆਪਣੀਆਂ ਪੂੰਛ ਦੇ ਸਹਾਰੇ ਬੈਠ ਕੇ ਕੋਈ ਫਲ ਖਾ ਰਹੀ ਦਿਖਦੀ ਹੈ, ਅਤੇ ਘੂਗਾ ਨੇੜੇ ਜਾਂਦਾ ਤਾਂ ਦਿਖਣੋਂ ਹਟ ਜਾਂਦੀ। ਫਿਰ ਕਦੀ ਨਹਿਰ ਵਾਲੇ ਕੰਡਿਆਲੀ ਤਾਰ ਹੋਣ ਕਰਕੇ ਘੂਗਾ ਉਸ ਕੰਡਿਆਲੀ ਤਾਰ ਤੋਂ ਪਾਰ ਨਹੀਂ ਸੀ ਲੰਘ ਸਕਦਾ। ਅਤੇ ਇਸੇ ਤਰ੍ਹਾਂ ਕਰਦੇ ਕਰਾਂਦੇ ਜਿਹੜਾ ਹੈ ਘੂਗਾ ਬਾਗ ਤੋਂ ਬਾਹਰ ਜਾਂਦਾ ਹੈ ਅਤੇ ਨਹਿਰ ਦੇ ਵਿੱਚ ਜਿਹੜਾ ਹੈ ਚਮਕਦੇ ਪਾਣੀ ਨੂੰ ਦੇਖ ਕੇ ਅਤੇ ਕੀ ਦੇਖਦਾ ਹੈ ਕਿ ਉੱਥੇ ਜਿਹੜਾ ਹੈ ਮੱਝਾਂ ਚਾਰਨ ਵਾਲੇ ਕੁਝ ਮੁੰਡੇ ਨਹਿਰ ਦੇ ਵਿੱਚ ਨਹਾ ਰਹੇ ਹਨ। ਅਤੇ ਘੂਗੇ ਦਾ ਵੀ ਦਿਲ ਕੀਤਾ ਕਿ ਉਹ ਨਹਾ ਲਵੇ। ਉਸਨੇ ਆਪਣੀ ਵਰਦੀ ਲਾਈ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਅਤੇ ਜਦੋਂ ਉਸਨੇ ਛਾਲ ਮਾਰੀ ਛਿੱਟੇ ਦੂਰ ਦੂਰ ਤੱਕ ਗਏ ਤਾਂ ਜਿਹੜੇ ਵਿੱਚ ਬਾਗੀ ਮੁੰਡੇ ਨਹਾ ਰਹੇ ਸੀ, ਉਹਨਾਂ ਦੇ ਵਿੱਚੋਂ ਇੱਕ ਮੁੰਡਾ ਉਸ ਦੇ ਵੱਲ ਵਧਿਆ ਅਤੇ ਉਸਨੇ ਘੂਗੇ ਨੂੰ ਗਲ ਤੋਂ ਫੜ ਕੇ ਕਿਹਾ ਕਿ ਉਸਨੇ ਉਸ 'ਤੇ ਛਿੱਟੇ ਕਿਉਂ ਪਾਏ, ਅਤੇ ਘੂਗੇ ਨੇ ਗਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਮੁੰਡੇ ਨੇ ਖਾਮ ਖਾ ਉਸ ਦੇ 2-3 ਜਿਹੜੇ ਘਸੁੰਨ ਮਾਰ ਦਿੱਤੇ। ਅਤੇ ਜਦੋਂ ਘੂਗਾ ਫਿਰ ਨਹਾ ਕੇ ਬਾਹਰ ਆਇਆ ਤਾਂ ਉਸਦੀ ਉੱਥੇ ਨਿੱਕਰ ਨਹੀਂ ਸੀ, ਅਤੇ ਉਹ ਮੁੰਡਿਆਂ ਨੇ ਨਿੱਕਰ ਜਿਹੜੀ ਹੈ ਉਸਨੂੰ ਤੰਗ ਕਰਨ ਵਾਸਤੇ ਦਰਖਤ ਦੇ ਉੱਪਰ ਟੰਗ ਦਿੱਤੀ ਸੀ। ਘੂਗਾ ਬੜੀ ਮੁਸ਼ਕਿਲ ਨਾਲ ਨਿੱਕਰ ਲਾ ਕੇ ਅਤੇ ਨਿੱਕਰ ਪਾ ਕੇ ਵਾਪਸ ਆਉਂਦਾ ਹੈ। ਅਤੇ ਵਾਪਸ ਜਦੋਂ ਬਾਗ ਵਿੱਚ ਆਉਂਦਾ ਹੈ ਤਾਂ ਦੇਖਦਾ ਹੈ ਕਿ ਉੱਥੇ ਉਹਦਾ ਬੈਗ ਹੀ ਨਹੀਂ ਹੈ, ਬੈਗ ਗਾਇਬ ਹੋ ਗਿਆ। ਉਸਨੇ ਆਲੇ ਦੁਆਲੇ ਦੇਖਿਆ ਅਤੇ ਘਰ ਖਾਲੀ ਹੱਥ ਚਲਾ ਗਿਆ। ਪੰਜਵੇਂ ਕਾਂਡ ਦੇ ਵਿੱਚ ਹੁਣ ਅਗਲਾ ਦਿਨ ਚੜ੍ਹ ਚੁੱਕਾ ਹੈ ਅਤੇ ਹੁਣ ਘੂਗਾ ਜਿਹੜਾ ਹੈ ਸਕੂਲ ਨਹੀਂ ਜਾ ਸਕਦਾ ਸੀ। ਇੱਕ ਤਾਂ ਸਕੂਲ ਨੂੰ ਸਜ਼ਾ ਮਿਲਣੀ ਸੀ, ਦੂਸਰਾ ਉਸਦਾ ਬੈਗ ਵੀ ਗੁੰਮ ਹੋ ਚੁੱਕਿਆ ਹੈ। ਅਤੇ ਘਰੋਂ ਤਿਆਰ ਹੋ ਕੇ ਸਕੂਲ ਲਈ ਤਿਆਰ ਹੋ ਕੇ ਲੁਕਦਾ ਹੋਇਆ ਬਾਗ 'ਚ ਪਹੁੰਚਿਆ ਅਤੇ ਬੜਾ ਹੈਰਾਨ ਹੋਇਆ ਕਿ ਬਸਤਾ ਉਹਦਾ ਉਸੇ ਰੁੱਖ ਦੇ ਉੱਪਰ ਟੰਗਿਆ ਮਿਲਿਆ, ਅਤੇ ਉਹਨੂੰ ਇੱਕਦਮ ਧਿਆਨ ਆਇਆ ਕਿ ਸੋਨ ਕਾਟੋ ਦਾ ਜਾਦੂ ਹੋਇਆ ਹੋਏਗਾ। ਅਤੇ ਇਸੇ ਤਰ੍ਹਾਂ ਹੀ ਉੱਥੇ ਉਹ ਬੈਠਣ ਲੱਗਿਆ ਅਤੇ ਇੱਕਦਮ ਉਸਨੂੰ ਕੋਈ ਸੋਨੇ ਵਰਗੀ ਚਮਕਦੀ ਚੀਜ਼ ਦਿਖਾਈ ਦਿੱਤੀ ਅਤੇ ਨਾਲ ਹੀ ਹਿਲਜੁਲ ਦੀ ਆਵਾਜ਼ ਵੀ ਸੁਣੀ। ਟਾਹਣੀਆਂ ਪੱਤਿਆਂ ਦੇ ਵਿੱਚ ਦੇਖਿਆ ਅਤੇ
ਹੁਣ ਘੋਗੇ ਨੂੰ ਮਨ ਦੇ ਵਿੱਚ ਯਕੀਨ ਹੋ ਗਿਆ ਕਿ ਜੇਕਰ ਉਹ ਸੋਨ ਕਾਟੋ ਨੂੰ ਲੱਭੇ ਤਾਂ ਲੱਭ ਸਕਦਾ ਹੈ। ਤਾਂ ਘੋਗਾ ਜਿਹੜਾ ਹੈ ਬੂਟਿਆਂ ਦੇ ਵਿੱਚੋਂ ਦੇਖਦਾ ਦੇਖਦਾ ਸੋਨ ਕਾਟੋ ਦਾ ਪਿੱਛਾ ਕਰਦਾ ਕਰਦਾ ਕਾਫੀ ਦੂਰ ਤੱਕ ਚਲਾ ਗਿਆ ਤੇ ਅੱਗੇ ਜਿਹੜਾ ਹੈ ਕੀ ਦੇਖਦਾ ਹੈ ਕਿ ਬਾਗ ਦੇ ਵਿੱਚੋਂ ਪਾਰ ਕਰਕੇ ਬਾਹਰ ਨਿਕਲਿਆ ਤਾਂ ਇੱਕ ਜਿਹੜਾ ਹੈ ਨਹਿਰ ਦੇ ਕੰਢੇ ਇੱਕ ਨਲਕਾ ਸੀ। ਨਲਕੇ ਦੇ ਕੋਲ ਇੱਕ ਕਾਲਾ ਸਾਧ ਬੈਠਾ ਸੀ ਤੇ ਜਿਹੜਾ ਹੈ ਸਾਧੂ ਉਸ ਵੱਲ ਦੇਖ ਰਿਹਾ ਸੀ ਤੇ ਉਸਨੇ ਘੋਗੇ ਨੂੰ ਆਪਣੇ ਵੱਲ ਸੱਦਿਆ। ਘੋਗਾ ਜਿਹੜਾ ਹੈ ਮਨ ਦੋ ਚਿੱਤੀ ਵਿੱਚ ਪਿਆ ਉਹ ਸਾਧ ਕੋਲ ਚਲਾ ਜਾਂਦਾ ਹੈ ਤੇ ਕਾਲਾ ਸਾਧੂ ਉਸਨੂੰ ਕਹਿੰਦਾ ਹੈ ਕਿ ਉਸਨੂੰ ਜਾਣਦਾ ਹੈ ਕਿ ਉਹ ਕਿਸ ਮੁਸੀਬਤ ਵਿੱਚ ਭਟਕਦਾ ਫਿਰਦਾ ਹੈ, ਪੜ੍ਹਾਈ ਤੋਂ ਵੀ ਤੰਗ ਹੈ। ਤੇ ਘੋਗਾ ਹੈਰਾਨ ਹੋ ਕੇ ਸਾਧੂ ਵੱਲ ਦੇਖਣ ਲੱਗ ਗਿਆ ਕਿ ਉਸਨੂੰ ਕਿਵੇਂ ਸਭ ਪਤਾ ਸੀ। ਫਿਰ ਸਾਧੂ ਨੇ ਕਿਹਾ ਕਿ ਉਹ ਡਰੇ ਨਾ, ਸਾਧੂਆਂ ਤੋਂ ਡਰਨਾ ਨਹੀਂ ਚਾਹੀਦਾ, ਉਹ ਤਾਂ ਲੋਕਾਂ ਦੀ ਭਲਾਈ ਕਰਨ ਵਾਲਾ ਸਾਧੂ ਹੈ ਤੇ ਉਸ ਦੀ ਵੀ ਭਲਾਈ ਕਰੇਗਾ। ਇਸ ਤਰ੍ਹਾਂ ਸਾਧ ਦੀਆਂ ਗੱਲਾਂ ਸੁਣ ਕੇ ਘੋਗੇ ਦਾ ਦਿਲ ਦੇ ਵਿੱਚ ਜਿਹੜਾ ਹੌਂਸਲਾ ਬਣ ਗਿਆ ਤੇ ਉਹ ਸਾਧੂ ਦੇ ਨੇੜੇ ਚਲਾ ਗਿਆ ਤੇ ਉਸਨੇ ਉਸਨੂੰ ਚੌਂਕੜੀ ਮਾਰ ਕੇ ਬੈਠਣ ਲਈ ਕਿਹਾ ਤੇ ਅੱਖਾਂ ਬੰਦ ਕਰਨ ਲਈ ਕਿਹਾ। ਘੋਗੇ ਨੇ ਜਿਹੜਾ ਹੈ ਘੋਗੇ ਨੂੰ ਉਸਨੇ ਸਾਧੂ ਨੇ ਕਿਹਾ ਕਿ ਜੋ ਵੀ ਉਹ ਪੁੱਛੇਗਾ ਉਸਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਦੇਵੇ। ਤੇ ਉਸਨੇ ਕਿਹਾ ਕਿ ਘੋਗਾ ਦੀ ਪੜ੍ਹਾਈ ਠੀਕ ਨਹੀਂ ਚੱਲਦੀ ਹੈ, ਘੋਗੇ ਦਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ, ਅਧਿਆਪਕਾਂ ਤੋਂ ਕੁੱਟ ਪੈਂਦੀ ਹੈ, ਠੀਕ ਹੈ ਨਾ। ਘੋਗੇ ਨੇ ਸਾਰੀਆਂ ਗੱਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਤੇ ਸਾਧੂ ਨੇ ਫਿਰ ਹੌਂਸਲਾ ਦਿੰਦੇ ਕਿਹਾ ਕਿ ਕੋਈ ਗੱਲ ਨਹੀਂ, ਉਹ ਉਸ ਦੀਆਂ ਸਾਰੀਆਂ ਤਕਲੀਫਾਂ ਨੂੰ ਦੂਰ ਕਰ ਦੇਵੇਗਾ। ਘੋਗੇ ਨੇ ਅੱਖਾਂ ਖੋਲ੍ਹਦਿਆਂ ਕਿਹਾ ਕਿ ਉਸਨੂੰ ਸੋਨ ਕਾਟੋ ਲੱਭ ਦਿਓ, ਉਹ ਦਰਬਾਰ ਵਿੱਚ ਰਹਿੰਦੀ ਹੈ, ਉਹ ਮੰਤਰ ਮਾਰ ਕੇ ਉਸਨੂੰ ਬੁਲਾ ਦੇਣ। ਕਾਲੇ ਸਾਧੂ ਨੂੰ ਸੋਨ ਕਾਟੋ ਵਾਲੀ ਕੋਈ ਗੱਲ ਸਮਝ ਨਾ ਆਈ ਤੇ ਗੱਲ ਟਾਲਣ ਵਿੱਚ ਲਈ ਉਸਨੇ ਕਿਹਾ ਕਿ ਉਸ ਕੋਲ ਸੋਨ ਕਾਟੋ ਤੋਂ ਵੀ ਵੱਡੀ ਸ਼ਕਤੀ ਹੈ। ਤੇ ਘੋਗੇ ਨੇ ਜਿਹੜਾ ਹੈ ਘੋਗੇ ਨੂੰ ਕਿਹਾ ਕਿ 100 ਰੁਪਏ ਖਰਚਣੇ ਪੈਣਗੇ ਤੇ ਉਸ ਦੀ ਭਲਾਈ ਹੋ ਸਕਦੀ ਹੈ। ਹੁਣ ਘੋਗੇ ਨੇ ਕਿਹਾ ਕਿ ਉਸ ਕੋਲ 100 ਰੁਪਏ ਨਹੀਂ ਹੈ ਤਾਂ ਸਾਧੂ ਨੇ ਕਿਹਾ ਕਿ ਜੇ ਘੜੀ ਹੈ, ਘੜੀ ਦੇ ਦੇਵੇ ਤਾਂ ਵੀ ਉਹ ਉਸ ਦਾ ਕਲਿਆਣ ਕਰ ਦੇਵੇਗਾ। ਫਿਰ ਉਸਨੇ ਜਿਹੜਾ ਹੈ ਕਹਿੰਦਾ ਕਿ ਆਪਣੀ ਮਾਂ ਨੂੰ ਕੀ ਕਹੇਗਾ ਤਾਂ ਸਾਧ ਉਸਨੂੰ ਕਹਿੰਦਾ ਹੈ ਕਿ ਉਹ ਕਹਿ ਦੇਵੇ ਕਿ ਘੜੀ ਗੁਆਚ ਗਈ ਹੈ। ਫਿਰ ਉਸਨੇ ਜਿਹੜਾ ਹੈ ਸਾਧੂ ਨੇ ਉਸ ਤੋਂ ਪੈਨ ਤੇ ਜੇਬ ਵਿਚਲੇ 5 ਰੁਪਏ ਵੀ ਕਢਵਾ ਲਏ। ਇੱਕ ਕਾਗਜ਼ ਦੇ ਟੁਕੜੇ ਦੇ ਉੱਪਰ ਉਸਨੇ ਪੈਨ ਦੇ ਨਾਲ ਕੁਝ ਲਿਖ ਕੇ ਵਿੰਗੀਆਂ ਟੇਢੀਆਂ ਲਕੀਰਾਂ ਜਿਹੀਆਂ ਬਣਾ ਕੇ ਤੇ ਉਹ ਉਸਨੂੰ ਇੱਕ ਤਾਂਬੇ ਦੀ ਡੱਬੀ ਵਿੱਚ ਬੰਦ ਕਰ ਦਿੱਤਾ ਤੇ ਕਿਹਾ ਕਿ ਇਹ ਤਵੀਤ ਹੈ ਤੇ ਘੋਲ ਕੇ ਪੀ ਲਵੇ ਤੇ ਪਿੱਛੇ ਮੁੜ ਕੇ ਨਾ ਦੇਖੇ। ਤੇ ਘੋਗਾ ਉਹ ਤਵੀਤ ਲੈ ਕੇ ਬੜਾ ਖੁਸ਼ ਹੋਇਆ ਤੇ ਨਾਲ ਹੀ ਘੋਗੇ ਨੂੰ ਸਾਧ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। +2 ਕਲਾਸ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੁਆਚਿਆ ਮੁੰਡਾ ਨਾਵਲ ਸ਼ੁਰੂ ਕੀਤਾ ਸੀ ਤੇ ਉਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਇਸ ਨਾਵਲ ਦਾ ਵਿਸ਼ਾ ਕੀ ਹੈ ਜਾਂ ਇਸ ਨਾਵਲ ਦੇ ਵਿੱਚ ਨਾਵਲਕਾਰ ਨੇ ਕੀ ਸੰਦੇਸ਼ ਦੇਣਾ ਚਾਹਿਆ ਹੈ। ਹੁਣ ਆਪਾਂ ਇੱਕ ਝਾਤ ਇਸ ਦੇ ਕਾਂਡਾਂ 'ਤੇ ਪਾ ਲਈਏ। ਕਾਂਡ ਪਹਿਲੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘੋਗਾ ਜਿਹੜਾ ਹੈ ਗਲੀ ਦੇ ਮੁੰਡਿਆਂ ਨਾਲ ਗੱਪਾਂ ਮਾਰ ਕੇ ਹਨੇਰੇ ਹੋਏ ਵਾਪਸ ਘਰ ਆਉਂਦਾ ਹੈ, ਟੀਵੀ ਦੇਖ ਰਿਹਾ ਹੈ। ਟੀਵੀ ਦੇ ਵਿੱਚ ਵੀ ਉਹ ਇਕਾਗਰ ਨਹੀਂ ਹੋ ਸਕਦਾ, ਕਦੇ ਕਾਰਟੂਨ, ਕਦੀ ਖਬਰਾਂ, ਕਦੀ ਖੇਡਾਂ, ਕਦੀ ਗਾਣਿਆਂ ਵਾਲੇ ਚੈਨਲ ਵਾਰ-ਵਾਰ ਬਦਲਦਾ ਹੈ ਤੇ ਟੀਵੀ ਦੇ ਅੱਗੇ ਬੈਠਾ ਹੀ ਉਹ ਰੋਟੀ ਖਾਂਦਾ ਹੈ ਤੇ ਰੋਟੀ ਖਾਣ ਦੇ ਵਿੱਚ ਵੀ ਉਹ ਧਿਆਨ ਉਸਦਾ ਨਹੀਂ ਹੈ ਤੇ ਸਬਜ਼ੀ ਦੀ ਬਜਾਏ ਉਹ ਚਾਦਰ ਦੇ ਨਾਲ ਹੀ ਗਰਾਈ ਲਾ ਕੇ ਤੇ ਮੂੰਹ ਵਿੱਚ ਪਾ ਲੈਂਦਾ ਹੈ। ਫਿਰ ਮਾਂ ਤੇ ਘੋਗੇ ਦੀ ਗੱਲਬਾਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਘੋਗੇ ਦਾ ਪਿਤਾ ਨਹੀਂ ਹੈ ਤੇ ਮਾਂ ਕੱਪੜੇ ਸੀ ਕੇ ਗੁਜ਼ਾਰਾ ਕਰਦੀ ਹੈ ਤੇ ਨਾਲੇ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਘੋਗਾ 6ਵੀਂ ਜਮਾਤ ਦੇ ਵਿੱਚੋਂ ਫੇਲ ਹੋ ਚੁੱਕਾ ਹੈ ਤੇ ਮਾਂ ਉਸਨੂੰ ਕਹਿੰਦੀ ਕਿ ਉਸਨੇ ਮਿਹਨਤ ਨਹੀਂ ਕੀਤੀ, ਪਰ ਘੋਗਾ ਕਹਿੰਦਾ ਕਿ ਉਸਨੇ ਪੀਰ ਬਾਬੇ ਦੇ ਮੱਥਾ ਨਹੀਂ ਸੀ ਟੇਕਿਆ, ਇਸ ਕਰਕੇ ਫੇਲ ਹੋਇਆ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜੇ ਸਾਡੇ ਸਮਾਜ ਦੇ ਵਿੱਚ ਫੈਲੇ ਅੰਧ ਵਿਸ਼ਵਾਸਾਂ ਦਾ ਬਾਲ ਮਨ ਦੇ ਬੱਚਿਆਂ ਦੇ ਮਨਾਂ ਦੇ ਉੱਪਰ ਕੀ ਅਸਰ ਹੁੰਦਾ ਹੈ। ਉਸ ਤੋਂ ਬਾਅਦ ਘੋਗਾ ਸੌਂ ਜਾਂਦਾ ਹੈ ਤੇ
ਕਾਂਡ ਦੂਸਰੇ ਤੇ ਸੁੱਤੇ ਪਏ ਨੂੰ ਜਿਹੜਾ ਹੈ ਚੰਦਰਪਰੀ ਦਾ ਸੁਪਨਾ ਆਉਂਦਾ ਹੈ ਕਿ ਉਹ ਚੰਦਰਪਰੀ ਆਉਂਦੀ ਹੈ ਅਤੇ ਉਸਨੂੰ ਇੱਕ ਚੰਦਰ ਪੈਨ ਦਿੰਦੀ ਹੈ, ਜਾਦੂਈ ਪੈਨ ਜਿਹੜਾ ਕਾਪੀਆਂ ਦੇ ਉੱਪਰ ਰੱਖਦਾ ਹੈ ਅਤੇ ਕੰਮ ਆਪਣੇ ਆਪ ਹੋ ਜਾਂਦਾ ਹੈ। ਅਤੇ ਹੌਲੀ ਹੌਲੀ ਉਹ ਕਰਕੇ ਸਾਰੇ ਕੰਮ ਕਰ ਲੈਂਦਾ ਹੈ ਅਤੇ ਨਾਲੇ ਚੰਦਰਪਰੀ ਨੂੰ ਆਪਣੀ ਸਮੱਸਿਆ ਦੱਸਦਾ ਹੈ ਕਿ ਉਸਨੂੰ ਘਰ ਦਾ ਕੰਮ ਨਹੀਂ ਹੁੰਦਾ। ਉਸ ਨੂੰ ਅਧਿਆਪਕ ਗੁੱਸਾ ਕਰਦੇ ਹਨ ਅਤੇ ਚੰਦਰਪਰੀ ਉਸ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਦੀ ਹੈ, ਪਰ ਜਿਵੇਂ ਹੀ ਖੜਕਾ ਹੋਣ ਦੇ ਨਾਲ ਉਸਦੀ ਜਾਗ ਖੁੱਲ੍ਹੀ ਅਤੇ ਦੇਖਦਾ ਹੈ ਕਿ ਉੱਥੇ ਕੋਈ ਚੰਦਰਪਰੀ ਜਾਂ ਚੰਦਰ ਪੈਨ ਵਰਗੀ ਕੋਈ ਚੀਜ਼ ਨਹੀਂ ਸੀ। ਇਸ ਗੱਲ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਡੇ ਬੱਚਿਆਂ ਵਾਸਤੇ ਸਾਡੇ TV ਪ੍ਰੋਗਰਾਮ ਦੇ ਵਿੱਚ ਜੋ ਕੁਝ ਦਿਖਾਇਆ ਜਾਂਦਾ ਹੈ, ਬੱਚੇ ਦੇ ਮਨ ਦੇ ਉੱਪਰ ਉਸ ਦਾ ਕਿੰਨਾ ਗਹਿਰਾ ਅਸਰ ਹੁੰਦਾ ਹੈ ਅਤੇ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਐਵੇਂ ਦੀਆਂ ਚੀਜ਼ਾਂ ਦੀ ਭਾਲ ਕਰਦਾ ਹੈ। ਕਾਂਡ ਦੂਸਰੇ ਦੇ ਵਿੱਚ ਘੁੱਗਾ ਸਕੂਲ ਜਾਂਦਾ ਹੈ ਅਤੇ ਸਕੂਲ ਦੇ ਵਿੱਚ ਉਸ ਦੇ ਪੜ੍ਹਾਈ ਦੇ ਵਿੱਚ ਉਸਦਾ ਮਨ ਨਹੀਂ ਲੱਗਦਾ। ਉਹ ਸਵੇਰ ਦੀ ਸਭਾ ਦੇ ਵਿੱਚ ਹੀ ਸਕੂਲ ਦੇ ਗੇਟ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਹੈ ਕਿ ਕਦੋਂ ਉਹ ਸਕੂਲ ਦੇ ਵਿੱਚੋਂ ਮੌਕਾ ਪਾ ਕੇ ਭੱਜ ਸਕੇ। ਪਰ ਕਲਾ ਦੇ ਵਿਸ਼ੇ ਦੇ ਵਿੱਚ ਘੁੱਗੇ ਦਾ ਮਨ ਲੱਗਦਾ ਹੈ ਅਤੇ ਉਹ ਮਨ ਲਾ ਕੇ ਆਪਣੀਆਂ ਜਿਹੜੀਆਂ ਡਰਾਇੰਗਸ ਵੀ ਬਣਾਉਂਦਾ ਹੈ ਅਤੇ ਨਾਲ ਦੂਜਿਆਂ ਬੱਚਿਆਂ ਦੀ ਵੀ ਮਦਦ ਕਰਦਾ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਸ ਵਿਸ਼ੇ ਦੇ ਵਿੱਚ ਬੱਚੇ ਦੀ ਦਿਲਚਸਪੀ ਹੁੰਦੀ ਹੈ, ਉਸ ਵਿਸ਼ੇ ਦੇ ਵਿੱਚ ਬੱਚਾ ਜਿਹੜਾ ਹੈ ਉਹ ਦਿਲ ਲਗਾ ਕੇ ਕੰਮ ਕਰਦਾ ਹੈ। ਅਤੇ ਫਿਰ ਤੀਸਰੇ ਕਾਂਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘੁੱਗਾ ਜਿਹੜਾ ਹੈ ਉਹ ਸਕੂਲ ਦੇ ਵਿੱਚੋਂ ਭੱਜ ਜਾਂਦਾ ਹੈ ਅਤੇ ਬਾਜ਼ਾਰ ਦੇ ਵਿੱਚੋਂ ਹੁੰਦਾ ਜਾਂਦਾ ਹੈ ਅਤੇ ਬਾਜ਼ਾਰ ਦੇ ਵਿੱਚੋਂ ਜਮੂਰੇ ਦਾ ਇੱਕ ਜਿਹੜਾ ਹੈ ਜਮੂਰਾ, ਉਹ ਮਦਾਰੀ ਜਿਹੜਾ ਜਮੂਰੇ ਦੀ ਖੇਡ ਦਿਖਾ ਰਿਹਾ ਸੀ ਡੁਗਡੁਗੀ ਵਜਾ ਕੇ, ਅਤੇ ਜਮੂਰੇ ਨੂੰ ਪੁੱਛਦਾ ਹੈ ਕਿ ਜਮੂਰੇ ਜੋ ਮੈਂ ਪੁੱਛਾਂਗਾ ਉਸ ਦਾ ਜਵਾਬ ਦੇਵੇਗਾ। ਤਾਂ ਜਮੂਰਾ ਅੱਗੋਂ ਹਾਂ ਵਿੱਚ ਸਿਰ ਹਿਲਾਉਂਦਾ ਹੈ ਅਤੇ ਕਹਿੰਦਾ ਕਿ ਇਹ ਬਾਬੂ ਸਾਹਿਬ ਕੌਣ ਨੇ, ਅਤੇ ਜਮੂਰੇ ਨੇ ਦੱਸਿਆ ਕਿ ਉੱਚੇ ਲੰਮੇ ਬਾਬੂ ਸਾਹਿਬ ਹਨ। ਅਤੇ ਫਿਰ ਸਵਾਲ ਕਰਦਾ ਹੈ ਜਮੂਰੇ ਨੂੰ ਕਿ ਇਹਦੇ ਹੱਥ ਵਿੱਚ ਕੀ ਹੈ, ਉਹ ਕਹਿੰਦਾ ਕਿ ਹੱਥ ਵਿੱਚ ਬੈਗ ਹੈ। ਇਸ ਤਰ੍ਹਾਂ ਜਿਹੜਾ ਹੈ ਜਮੂਰਾ ਉਹਨੂੰ ਪ੍ਰਸ਼ਨ ਕਰਦਾ ਹੈ, ਮਦਾਰੀ ਜਮੂਰੇ ਨੂੰ ਪ੍ਰਸ਼ਨ ਕਰਦਾ ਅਤੇ ਜਮੂਰਾ ਉਸਦਾ ਜਵਾਬ ਦਿੰਦਾ ਹੈ। ਘੁੱਗਾ ਇਹ ਮਦਾਰੀ ਦਾ ਖੇਡ ਦੇਖ ਕੇ ਉੱਥੋਂ ਚਲਾ ਜਾਂਦਾ ਹੈ ਅਤੇ ਫਿਰ ਜਦੋਂ ਅੱਗੇ ਜਾਂਦਾ ਹੈ ਤਾਂ ਸੋਚਦਾ ਹੈ ਜੇਕਰ ਉਸਨੂੰ ਜਮੂਰਾ ਮਿਲ ਜਾਵੇ ਜਾਂ ਜਮੂਰੇ ਦੀ ਉਸਦੇ ਨਾਲ ਦੋਸਤੀ ਹੋ ਜਾਵੇ ਤਾਂ ਉਹ ਆਪਣੇ ਪ੍ਰਸ਼ਨ ਪੱਤਰ ਦੇ ਪ੍ਰਸ਼ਨ ਪਹਿਲਾਂ ਹੀ ਉਸਨੂੰ ਪੁੱਛ ਸਕਦਾ ਹੈ, ਭਾਵ ਕਿ ਕੁਐਸਚਨ ਪੇਪਰ ਉਸ ਤੋਂ ਪੁੱਛ ਸਕਦਾ ਹੈ। ਅਤੇ ਫਿਰ ਉਹ ਜਿਹੜਾ ਹੈ ਦੁਬਾਰਾ ਵਾਪਸ ਆਉਂਦਾ ਹੈ ਦਾਣਾ ਮੰਡੀ, ਜਿੱਥੇ ਕਿ ਜਮੂਰੇ ਦਾ ਖੇਡ ਦਿਖਾਇਆ ਜਾ ਰਿਹਾ ਸੀ, ਅਤੇ ਉੱਥੇ ਜਮੂਰਾ ਤਾਂ ਨਹੀਂ ਸੀ ਪਰ ਹੋਰ 2-4 ਬੰਦੇ ਖੜ੍ਹੇ ਸੀ, ਜਿਨ੍ਹਾਂ ਨੂੰ ਦੇਖ ਕੇ ਘੁੱਗਾ ਪੁੱਛਦਾ ਹੈ ਕਿ ਕੀ ਤੁਸੀਂ ਉਸ ਮਦਾਰੀ ਅਤੇ ਜਮੂਰੇ ਨੇ ਦੇਖਿਆ ਹੈ। ਤਾਂ ਉਹ ਬੰਦੇ ਵਿੱਚੋਂ ਇੱਕ ਬੰਦਾ ਜਵਾਬ ਦਿੰਦਾ ਹੈ ਕਿ ਹਾਂ, ਉਹ ਤੇਰੇ ਸਕੂਲ ਦੱਸਣ ਗਿਆ ਕਿ ਤੂੰ ਸਕੂਲੋਂ ਨੱਠਿਆ ਫਿਰਦਾ ਹੈ। ਅਤੇ ਇਹ ਸੁਣ ਕੇ ਜਿਹੜਾ ਘੁੱਗਾ ਹੈ ਉਹ ਸ਼ਰਮਸਾਰ ਹੁੰਦਾ ਹੈ। ਤੀਜੇ ਕਾਂਡ ਦੇ ਵਿੱਚ ਫਿਰ ਜਿਹੜਾ ਹੈ ਮਾਂ ਉਸ ਨੂੰ ਸਕੂਲ ਵਾਸਤੇ ਜਗਾਉਣ ਲਈ ਕੋਸ਼ਿਸ਼ ਕਰਦੀ ਹੈ, ਪਰ ਘੁੱਗਾ ਜਿਹੜਾ ਹੈ ਉਹ ਉੱਠਦਾ ਨਹੀਂ ਹੈ ਅਤੇ ਮਾਂ ਕਾਫੀ ਝੰਜੋੜ ਕੇ ਅਤੇ ਝਿੜਕਾਂ ਮਾਰ ਕੇ ਉਸਨੂੰ ਉਠਾਉਂਦੀ ਹੈ। ਅਤੇ ਫਿਰ ਉਹ ਸਕੂਲ ਜਾਣ ਵਾਸਤੇ ਬੜੇ ਅਣਮੰਨੇ ਮਨ ਦੇ ਨਾਲ ਤਿਆਰ ਹੁੰਦਾ ਹੈ, ਨਾ ਉਹ ਨਹਾਉਂਦਾ ਹੈ ਅਤੇ ਨਾ ਹੀ ਉਹ ਜਿਹੜਾ ਹੈ ਗੁਸਲ ਆਪਣੇ ਪਖਾਨੇ ਜਾਂਦਾ ਹੈ, ਅਤੇ ਇਸੇ ਤਰ੍ਹਾਂ ਹੀ ਉਹ ਬਸ ਕੱਪੜੇ ਪਾ ਕੇ ਸਕੂਲ ਨੂੰ ਤੁਰ ਪੈਂਦਾ ਹੈ। ਅਤੇ ਹੁਣ ਸਕੂਲ ਜਾਂਦਾ ਹੋਇਆ ਡਰਦਾ ਹੈ ਕਿ ਉਸਨੂੰ ਸਜ਼ਾ ਮਿਲਣੀ ਹੈ। ਉਹਨੇ ਸਕੂਲ ਦਾ ਨਾ ਤਾਂ ਕੰਮ ਕੀਤਾ ਹੈ, ਦੂਜਾ ਸਕੂਲ ਦੇ ਵਿੱਚੋਂ ਅੱਧੀ ਛੁੱਟੀ ਵੇਲੇ ਉਹ ਦੌੜ ਗਿਆ ਸੀ। ਅਤੇ ਸਕੂਲ ਜਾਂਦਾ ਜਾਂਦਾ ਉਹ ਬਾਗ ਵਾਲੇ ਪਾਸੇ ਨੂੰ ਚੱਲ ਪਿਆ ਤਾਂ ਪਿੱਛੋਂ ਗੋਪੀ ਜੋ ਕਿ ਉਸਦਾ ਜਮਾਤੀ ਹੈ, ਉਸਨੇ ਆਵਾਜ਼ ਮਾਰੀ ਅਤੇ ਪੁੱਛਿਆ ਸਕੂਲ ਨਹੀਂ ਜਾਣਾ। ਤਾਂ ਘੁੱਗੇ ਨੇ ਬਹਾਨਾ ਬਣਾਇਆ ਕਿ ਉਸਦਾ ਪੇਟ ਠੀਕ ਨਹੀਂ ਹੈ ਅਤੇ ਤੂੰ ਮੇਰੀ ਹਾਜ਼ਰੀ ਲਗਵਾ ਦੇਈਂ ਅਤੇ ਮੈਂ ਹੁਣੇ ਆ ਜਾਣਾ ਹਾਂ। ਅਤੇ ਹੁਣ ਜਿਹੜਾ ਹੈ ਘੁੱਗਾ ਬਾਗ ਦੇ ਵਿੱਚ ਬੈਠ ਜਾਂਦਾ ਹੈ, ਇੱਕ ਜਗ੍ਹਾ 'ਤੇ ਆਪਣਾ ਬਸਤਾ ਟੰਗ ਦਿੰਦਾ ਹੈ ਦਰੱਖਤ ਦੇ ਉੱਪਰ ਚੜ੍ਹ ਕੇ, ਅਤੇ ਪਹਿਲਾਂ ਤਾਂ ਜਿਹੜਾ ਦਰੱਖਤਾਂ ਦੇ ਵਿਚਕਾਰ ਬੈਠ ਕੇ ਢੋਲ ਲਾ ਕੇ ਬੈਠ ਜਾਂਦਾ ਹੈ ਅਤੇ ਸੋਚਦਾ ਹੈ ਕਿ ਜੇ ਉਸਨੂੰ ਮਦਾਰੀ ਮਿਲ ਜਾਂਦਾ ਤਾਂ ਉਸਨੇ ਜਮਾਤ 'ਚੋਂ ਫਸਟ ਆ ਜਾਣਾ ਸੀ। ਉਹਨੂੰ ਕੋਈ ਜਾਦੂ ਸਿਖਾ ਦਿੰਦਾ ਤਾਂ ਉਸ 'ਤੇ ਜਿਹੜਾ ਹੈ ਕੰਮ ਬਣ ਜਾਣਾ ਸੀ। ਫਿਰ ਆਪੇ ਸੋਚਦਾ ਹੈ ਕਿ ਉਸਨੂੰ ਲੱਭੇ ਕਿਵੇਂ।
ਫਿਰ ਉਸਨੂੰ ਯਾਦ ਆਉਂਦਾ ਕਿ ਟੀਵੀ 'ਤੇ ਤੋਤੇ ਅਤੇ ਉੱਲੂ ਵੀ ਜਾਦੂ ਕਰ ਦਿੰਦੇ ਹਨ, ਅਤੇ ਜੇ ਉਹਨੂੰ ਕੋਈ ਇਸ ਤਰ੍ਹਾਂ ਦਾ ਕੋਈ ਉੱਲੂ ਹੀ ਮਿਲ ਜਾਏ ਤਾਂ ਸਾਰੇ ਕੰਮ ਕਰਵਾ ਲਵੇ। ਫਿਰ ਉਸਨੂੰ ਟਾਹਣੀਆਂ ਦੇ ਪੱਤਿਆਂ ਦੇ ਵਿੱਚੋਂ ਕੋਈ ਪੀਲੀ ਜਿਹੀ ਚੀਜ਼ ਦਿਖਾਈ ਦਿੱਤੀ ਅਤੇ ਉਹਨੂੰ ਲੱਗਿਆ ਜੇ ਸ਼ਾਇਦ ਕੋਈ ਉੱਲੂ ਹੋਵੇ। ਫਿਰ ਉਸਨੇ ਸੋਚਿਆ ਕਿ ਸ਼ਾਇਦ ਇਹ ਕੋਈ ਸੋਨ ਕਾਟੋ ਹੋਵੇ। ਸੋਨ ਕਾਟੋ ਮਤਲਬ ਸੋਨੇ ਰੰਗ ਦੀ ਕਾਟੋ, ਜਿਸ ਨੂੰ ਉਸਨੇ ਟੀਵੀ 'ਤੇ ਦੇਖਿਆ ਸੀ, ਅਤੇ ਉਹ ਜਾਦੂਈ ਕਾਟੋ ਸੀ। ਹੁਣ ਘੋਗੇ ਦਾ ਧਿਆਨ ਜਿਹੜਾ ਹੈ ਉਹ ਕਾਟੋ ਵਾਲੇ ਪਾਸੇ ਹੋ ਗਿਆ। ਉਹ ਛੇਤੀ ਛੇਤੀ ਦਰਖਤ ਤੋਂ ਹੇਠਾਂ ਉਤਰਿਆ ਅਤੇ ਕਾਟੋ ਦੇ ਪਿੱਛਾ ਕਰਦਾ ਕਰਦਾ ਅਮਰੂਦਾਂ ਅਤੇ ਫਿਰ ਅਨਾਰਾਂ ਦੇ ਬਾਗਾਂ ਵਿੱਚ ਚਲਾ ਗਿਆ। ਪਰ ਉਸ ਨੂੰ ਸੋਨ ਕਾਟੋ ਕਦੀ ਦਿਖਾਈ ਦਿੰਦੀ, ਕਦੀ ਅਲੋਪ ਹੋ ਜਾਂਦੀ, ਅਤੇ ਉਸ ਨੂੰ ਯਕੀਨ ਹੋ ਗਿਆ ਕਿ ਇਹ ਸੱਚਮੁੱਚ ਕੋਈ ਜਾਦੂ ਦੀ ਕਾਟੋ ਹੈ। ਕਾਟੋ ਦੇ ਪਿੱਛੇ ਚੱਲਦਾ ਉਹ ਕਿੰਨੂਆਂ ਦੇ ਬਾਗ ਤੋਂ ਪਰੇ ਉਸ ਨੂੰ ਕਾਟੋ ਦਿਖਾਈ ਦਿੰਦੀ ਹੈ। ਕਦੀ ਉਹ ਆਪਣੀਆਂ ਪੂੰਛ ਦੇ ਸਹਾਰੇ ਬੈਠ ਕੇ ਕੋਈ ਫਲ ਖਾ ਰਹੀ ਦਿਖਦੀ ਹੈ, ਅਤੇ ਘੋਗਾ ਨੇੜੇ ਜਾਂਦਾ ਤਾਂ ਦਿਖਣੋਂ ਹਟ ਜਾਂਦੀ। ਫਿਰ ਕਦੀ ਨਹਿਰ ਵਾਲੇ ਕੰਡਿਆਲੀ ਤਾਰ ਹੋਣ ਕਰਕੇ ਘੋਗਾ ਉਸ ਕੰਡਿਆਲੀ ਤਾਰ ਤੋਂ ਪਾਰ ਨਹੀਂ ਸੀ ਲੰਘ ਸਕਦਾ। ਅਤੇ ਇਸੇ ਤਰ੍ਹਾਂ ਕਰਦੇ ਕਰਾਂਦੇ ਜਿਹੜਾ ਹੈ ਘੋਗਾ ਬਾਗ ਤੋਂ ਬਾਹਰ ਜਾਂਦਾ ਹੈ, ਅਤੇ ਨਹਿਰ ਦੇ ਵਿੱਚ ਜਿਹੜਾ ਹੈ ਚਮਕਦੇ ਪਾਣੀ ਨੂੰ ਦੇਖ ਕੇ ਅਤੇ ਕੀ ਦੇਖਦਾ ਹੈ ਕਿ ਉੱਥੇ ਜਿਹੜਾ ਹੈ ਮੱਝਾਂ ਚਾਰਨ ਵਾਲੇ ਕੁਝ ਮੁੰਡੇ ਨਹਿਰ ਦੇ ਵਿੱਚ ਨਹਾ ਰਹੇ ਹਨ, ਅਤੇ ਘੋਗੇ ਦਾ ਵੀ ਦਿਲ ਕੀਤਾ ਕਿ ਉਹ ਨਹਾ ਲਵੇ। ਉਸਨੇ ਆਪਣੀ ਵਰਦੀ ਲਾਈ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀ, ਅਤੇ ਜਦੋਂ ਉਸਨੇ ਛਾਲ ਮਾਰੀ ਛਿੱਟੇ ਦੂਰ ਦੂਰ ਤੱਕ ਗਏ ਤਾਂ ਜਿਹੜੇ ਵਿੱਚ ਬਾਗੀ ਮੁੰਡੇ ਨਹਾ ਰਹੇ ਸੀ, ਉਹਨਾਂ ਦੇ ਵਿੱਚੋਂ ਇੱਕ ਮੁੰਡਾ ਉਸ ਦੇ ਵੱਲ ਵਧਿਆ ਅਤੇ ਉਸਨੇ ਘੋਗੇ ਨੂੰ ਗਲ ਤੋਂ ਫੜ ਕੇ ਕਿਹਾ ਕਿ ਉਸਨੇ ਉਸ 'ਤੇ ਛਿੱਟੇ ਕਿਉਂ ਪਾਏ, ਅਤੇ ਘੋਗੇ ਨੇ ਗਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਮੁੰਡੇ ਨੇ ਖਾਮ ਖਾ ਉਸ 'ਤੇ 2-3 ਜਿਹੜੇ ਥੱਪੜ ਘਸੁੰਡ ਮਾਰ ਦਿੱਤੇ। ਅਤੇ ਜਦੋਂ ਘੋਗਾ ਫਿਰ ਨਹਾ ਕੇ ਬਾਹਰ ਆਇਆ ਤਾਂ ਉਸਦੀ ਉੱਥੇ ਨਿੱਕਰ ਨਹੀਂ ਸੀ, ਅਤੇ ਉਹ ਮੁੰਡਿਆਂ ਨੇ ਨਿੱਕਰ ਜਿਹੜੀ ਹੈ ਉਸਨੂੰ ਤੰਗ ਕਰਨ ਵਾਸਤੇ ਦਰਖਤ ਦੇ ਉੱਪਰ ਟੰਗ ਦਿੱਤੀ ਸੀ। ਘੋਗਾ ਬੜੀ ਮੁਸ਼ਕਿਲ ਨਾਲ ਨਿੱਕਰ ਲਾ ਕੇ ਅਤੇ ਨਿੱਕਰ ਪਾ ਕੇ ਵਾਪਸ ਆਉਂਦਾ ਹੈ, ਅਤੇ ਵਾਪਸ ਜਦੋਂ ਬਾਗ ਵਿੱਚ ਆਉਂਦਾ ਹੈ ਤਾਂ ਦੇਖਦਾ ਹੈ ਕਿ ਉੱਥੇ ਉਹਦਾ ਬੈਗ ਹੀ ਨਹੀਂ ਹੈ, ਬੈਗ ਗਾਇਬ ਹੋ ਗਿਆ। ਉਸਨੇ ਆਲੇ ਦੁਆਲੇ ਦੇਖਿਆ ਅਤੇ ਘਰ ਖਾਲੀ ਹੱਥ ਚਲਾ ਗਿਆ। 5ਵੇਂ ਕਾਂਡ ਦੇ ਵਿੱਚ ਹੁਣ ਅਗਲਾ ਦਿਨ ਚੜ੍ਹ ਚੁੱਕਾ ਹੈ, ਅਤੇ ਹੁਣ ਘੋਗਾ ਜਿਹੜਾ ਹੈ ਸਕੂਲ ਨਹੀਂ ਜਾ ਸਕਦਾ ਸੀ। ਇੱਕ ਤਾਂ ਸਕੂਲ ਨੂੰ ਸਜ਼ਾ ਮਿਲਣੀ ਸੀ, ਦੂਸਰਾ ਉਸਦਾ ਬੈਗ ਵੀ ਗੁੰਮ ਹੋ ਚੁੱਕਿਆ ਹੈ। ਅਤੇ ਘਰੋਂ ਤਿਆਰ ਹੋ ਕੇ ਸਕੂਲ ਲਈ ਤਿਆਰ ਹੋ ਕੇ ਲੁਕਦਾ ਹੋਇਆ ਬਾਗ 'ਚ ਪਹੁੰਚਿਆ, ਅਤੇ ਬੜਾ ਹੈਰਾਨ ਹੋਇਆ ਕਿ ਬਸਤਾ ਉਹਦਾ ਉਸੇ ਰੁੱਖ ਦੇ ਉੱਪਰ ਟੰਗਿਆ ਮਿਲਿਆ, ਅਤੇ ਉਹਨੂੰ ਇੱਕਦਮ ਧਿਆਨ ਆਇਆ ਕਿ ਸੋਨ ਕਾਟੋ ਦਾ ਜਾਦੂ ਹੋਇਆ ਹੋਏਗਾ। ਅਤੇ ਇਸੇ ਤਰ੍ਹਾਂ ਹੀ ਉੱਥੇ ਉਹ ਬੈਠਣ ਲੱਗਿਆ ਅਤੇ ਇੱਕਦਮ ਉਸਨੂੰ ਕੋਈ ਸੋਨੇ ਵਰਗੀ ਚਮਕਦੀ ਚੀਜ਼ ਦਿਖਾਈ ਦਿੱਤੀ, ਅਤੇ ਨਾਲ ਹੀ ਹਿਲਜੁਲ ਦੀ ਆਵਾਜ਼ ਵੀ ਸੁਣੀ। ਟਾਹਣੀਆਂ ਪੱਤਿਆਂ ਦੇ ਵਿੱਚ ਦੇਖਿਆ, ਅਤੇ ਹੁਣ ਘੋਗੇ ਨੂੰ ਮਨ ਦੇ ਵਿੱਚ ਯਕੀਨ ਹੋ ਗਿਆ ਕਿ ਜੇਕਰ ਉਹ ਸੋਨ ਕਾਟੋ ਨੂੰ ਲੱਭੇ ਤਾਂ ਲੱਭ ਸਕਦਾ ਹੈ। ਤਾਂ ਘੋਗਾ ਜਿਹੜਾ ਹੈ ਬੂਟਿਆਂ ਦੇ ਵਿੱਚੋਂ ਦੇਖਦਾ ਦੇਖਦਾ ਸੋਨ ਕਾਟੋ ਦਾ ਪਿੱਛਾ ਕਰਦਾ ਕਰਦਾ ਕਾਫੀ ਦੂਰ ਤੱਕ ਚਲਾ ਗਿਆ, ਅਤੇ ਅੱਗੇ ਜਿਹੜਾ ਹੈ ਕੀ ਦੇਖਦਾ ਹੈ ਕਿ ਬਾਗ ਦੇ ਵਿੱਚੋਂ ਪਾਰ ਕਰਕੇ ਬਾਹਰ ਨਿਕਲਿਆ ਤਾਂ ਇੱਕ ਜਿਹੜਾ ਹੈ ਨਹਿਰ ਦੇ ਕੰਢੇ ਇੱਕ ਨਲਕਾ ਸੀ। ਨਲਕੇ ਦੇ ਕੋਲ ਇੱਕ ਕਾਲਾ ਸਾਧ ਬੈਠਾ ਸੀ, ਅਤੇ ਜਿਹੜਾ ਹੈ ਸਾਧੂ ਉਸ ਵੱਲ ਦੇਖ ਰਿਹਾ ਸੀ, ਅਤੇ ਉਸਨੇ ਘੋਗੇ ਨੂੰ ਆਪਣੇ ਵੱਲ ਸੱਦਿਆ। ਘੋਗਾ ਜਿਹੜਾ ਹੈ ਮਨ ਦੋ ਚਿੱਤੀ ਵਿੱਚ ਪਿਆ ਉਹ ਸਾਧ ਕੋਲ ਚਲਾ ਜਾਂਦਾ ਹੈ, ਅਤੇ ਕਾਲਾ ਸਾਧੂ ਉਸਨੂੰ ਕਹਿੰਦਾ ਹੈ ਕਿ ਉਸਨੂੰ ਜਾਣਦਾ ਹੈ ਕਿ ਉਹ ਕਿਸ ਮੁਸੀਬਤ ਵਿੱਚ ਭਟਕਦਾ ਫਿਰਦਾ ਹੈ, ਪੜ੍ਹਾਈ ਤੋਂ ਵੀ ਤੰਗ ਹੈ। ਅਤੇ ਘੋਗਾ ਹੈਰਾਨ ਹੋ ਕੇ ਸਾਧੂ ਵੱਲ ਦੇਖਣ ਲੱਗ ਗਿਆ ਕਿ ਉਸਨੂੰ ਕਿਵੇਂ ਸਭ ਪਤਾ ਸੀ। ਫਿਰ ਸਾਧੂ ਨੇ ਕਿਹਾ ਕਿ ਉਹ ਡਰੇ ਨਾ, ਸਾਧੂਆਂ ਤੋਂ ਡਰਨਾ ਨਹੀਂ ਚਾਹੀਦਾ, ਉਹ ਤਾਂ ਲੋਕਾਂ ਦੀ ਭਲਾਈ ਕਰਨ ਵਾਲਾ ਸਾਧੂ ਹੈ ਅਤੇ ਉਸ ਦੀ ਵੀ ਭਲਾਈ ਕਰੇਗਾ। ਇਸ ਤਰ੍ਹਾਂ ਸਾਧ ਦੀਆਂ ਗੱਲਾਂ ਸੁਣ ਕੇ ਘੋਗੇ ਦਾ ਦਿਲ ਦੇ ਵਿੱਚ ਜਿਹੜਾ ਹੌਂਸਲਾ ਬਣ ਗਿਆ, ਅਤੇ ਉਹ ਸਾਧੂ ਦੇ ਨੇੜੇ ਚਲਾ ਗਿਆ, ਅਤੇ ਉਸਨੇ ਉਸਨੂੰ ਚੌਂਕੜੀ ਮਾਰ ਕੇ ਬੈਠਣ ਲਈ ਕਿਹਾ ਅਤੇ ਅੱਖਾਂ ਬੰਦ ਕਰਨ ਲਈ ਕਿਹਾ।
ਘੁੱਗੇ ਨੇ ਜਿਹੜਾ ਹੈ ਘੁੱਗੇ ਨੂੰ ਉਸਨੇ ਸਾਧੂ ਨੇ ਕਿਹਾ ਕਿ ਜੋ ਵੀ ਉਹ ਪੁੱਛੇਗਾ ਉਸ ਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਦੇਵੇ। ਅਤੇ ਉਸਨੇ ਕਿਹਾ ਕਿ ਘੁੱਗਾ ਦੀ ਪੜ੍ਹਾਈ ਠੀਕ ਨਹੀਂ ਚੱਲਦੀ ਹੈ, ਘੁੱਗੇ ਦਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ, ਅਧਿਆਪਕਾਂ ਤੋਂ ਕੁੱਟ ਪੈਂਦੀ ਹੈ, ਠੀਕ ਹੈ ਨਾ। ਘੁੱਗੇ ਨੇ ਸਾਰੀਆਂ ਗੱਲਾਂ ਦਾ ਜਵਾਬ ਹਾਂ ਵਿੱਚ ਦਿੱਤਾ। ਅਤੇ ਸਾਧੂ ਨੇ ਫਿਰ ਹੌਂਸਲਾ ਦਿੰਦੇ ਕਿਹਾ ਕਿ ਕੋਈ ਗੱਲ ਨਹੀਂ, ਉਹ ਉਸ ਦੀਆਂ ਸਾਰੀਆਂ ਤਕਲੀਫਾਂ ਨੂੰ ਦੂਰ ਕਰ ਦੇਵੇਗਾ। ਘੁੱਗੇ ਨੇ ਅੱਖਾਂ ਖੋਲ੍ਹਦਿਆਂ ਕਿਹਾ ਕਿ ਉਸਨੂੰ ਸੋਨ ਕਾਟੋ ਲੱਭ ਦਿਓ, ਉਹ ਦਰਬਾਰ ਵਿੱਚ ਰਹਿੰਦੀ ਹੈ, ਉਹ ਮੰਤਰ ਮਾਰ ਕੇ ਉਸਨੂੰ ਬੁਲਾ ਦੇਣ। ਕਾਲੇ ਸਾਧੂ ਨੂੰ ਸੋਨ ਕਾਟੋ ਵਾਲੀ ਕੋਈ ਗੱਲ ਸਮਝ ਨਾ ਆਈ ਅਤੇ ਗੱਲ ਟਾਲਣ ਵਿੱਚ ਲਈ ਉਸਨੇ ਕਿਹਾ ਕਿ ਉਸ ਕੋਲ ਸੋਨ ਕਾਟੋ ਤੋਂ ਵੀ ਵੱਡੀ ਸ਼ਕਤੀ ਹੈ। ਅਤੇ ਘੁੱਗੇ ਨੇ ਜਿਹੜਾ ਹੈ ਆਪਣੇ ਘੁੱਗੇ ਨੂੰ ਕਿਹਾ ਕਿ 100 ਰੁਪਏ ਖਰਚਣੇ ਪੈਣਗੇ ਅਤੇ ਉਸ ਦੀ ਭਲਾਈ ਹੋ ਸਕਦੀ ਹੈ। ਹੁਣ ਘੁੱਗੇ ਨੇ ਕਿਹਾ ਕਿ ਉਸ ਕੋਲ 100 ਰੁਪਏ ਨਹੀਂ ਹੈ, ਤਾਂ ਸਾਧੂ ਨੇ ਕਿਹਾ ਕਿ ਜੇ ਘੜੀ ਹੈ, ਘੜੀ ਦੇ ਦੇਵੇ ਤਾਂ ਵੀ ਉਹ ਉਸ ਦਾ ਕਲਿਆਣ ਕਰ ਦੇਵੇਗਾ। ਫਿਰ ਉਸਨੇ ਜਿਹੜਾ ਹੈ ਕਹਿੰਦਾ ਕਿ ਆਪਣੀ ਮਾਂ ਨੂੰ ਕੀ ਕਹੇਗਾ, ਤਾਂ ਸਾਧ ਉਸਨੂੰ ਕਹਿੰਦਾ ਹੈ ਕਿ ਉਹ ਕਹਿ ਦੇਵੇ ਕਿ ਘੜੀ ਗੁਆਚ ਗਈ ਹੈ। ਫਿਰ ਉਸਨੇ ਜਿਹੜਾ ਹੈ ਸਾਧੂ ਨੇ ਉਸ ਤੋਂ ਪੈਨ ਅਤੇ ਜੇਬ ਵਿਚਲੇ 5 ਰੁਪਏ ਵੀ ਕਢਵਾ ਲਏ। ਇੱਕ ਕਾਗਜ਼ ਦੇ ਟੁਕੜੇ ਦੇ ਉੱਪਰ ਉਸਨੇ ਪੈਨ ਦੇ ਨਾਲ ਕੁਝ ਲਿਖ ਕੇ ਵਿੰਗੀਆਂ ਟੇਢੀਆਂ ਲਕੀਰਾਂ ਜਿਹੀਆਂ ਬਣਾ ਕੇ ਅਤੇ ਉਹ ਉਸਨੂੰ ਇੱਕ ਤਾਂਬੇ ਦੀ ਡੱਬੀ ਵਿੱਚ ਬੰਦ ਕਰ ਦਿੱਤਾ ਅਤੇ ਕਿਹਾ ਕਿ ਇਹ ਤਵੀਤ ਹੈ ਅਤੇ ਘੋਲ ਕੇ ਪੀ ਲਵੇ ਅਤੇ ਪਿੱਛੇ ਮੁੜ ਕੇ ਨਾ ਦੇਖੇ। ਅਤੇ ਘੁੱਗਾ ਉਹ ਤਵੀਤ ਲੈ ਕੇ ਬੜਾ ਖੁਸ਼ ਹੋਇਆ